मैं कल तो पूरा दिन टीवी देखती रही, टीवी की न्यूज़ सुन सुन के ना। कल सुबह जब इसने देखा खिड़की के बाहर 13 किलोमीटर उड़ीसा पे ब्लास्ट हुआ है, धुआं वगैरह सारा इसकी खिड़की से इसको दिखाई दिया है। बच्चे पैनिक हो गए। एकदम ही बमबारी हुई है। फ्लोर वाले जो 2 फ्लोर वाले हैगे वो मैस च रह गए, ये थले बंकर च रह गए। इन्होंने ना राती कुछ खादा है ना पीता है। ਜਿਹੜੇ ਇੱਥੇ ਬੱਚੇ ਹੈ ਉਹ ਅੰਦਰ ਹੀ ਰਹਿਣ, ਬਾਹਰ ਨਾ ਨਿਕਲਣ। ਹਾਂ, ਰੋਮਾਨੀਆ ਪਲੇਨ ਜਾ ਰਹੇ ਹੈ, ਪਰ ਉਹ ਸਟੂਡੈਂਟਸ ਲੈਣਗੇ ਜਿਹੜੇ ਉਹਦੇ ਨਜ਼ਦੀਕ ਹੋਣਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ 10 ਅਮਰ ਨਿਊਜ਼ ਤੇ ਮੈਂ ਹਾਂ ਮੋਹਿਤ ਤਲਵਾਰ। ਤਾਂ ਯੂਕਰੇਨ ਤੇ ਰੂਸ ਦੇ ਵਿਚਾਲੇ ਜੋ ਜੰਗ ਹੈ ਲਗਾਤਾਰ ਜਾਰੀ ਹੈ। ਤਾਂ ਇਸ ਵੇਲੇ ਜੋ ਹਾਲਾਤ ਨੇ ਯੂਕਰੇਨ ਦੇ ਵਿੱਚ ਕਾਫੀ ਤਣਾਅਪੂਰਨ ਨੇ। ਤਾਂ ਭਾਰਤ ਤੋਂ ਕਈ ਬੱਚੇ ਉੱਥੇ ਮੈਡੀਕਲ ਦੀ ਸਿੱਖਿਆ ਪ੍ਰਾਪਤ ਕਰਨ ਗਏ ਨੇ ਤੇ ਇਸ ਵੇਲੇ ਸਾਡੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਨੇ ਅੰਮ੍ਰਿਤਸਰ ਤੋਂ। ਇਹਨਾਂ ਦੇ ਜੋ ਬੱਚੇ ਨੇ ਉੱਥੇ ਸਿੱਖਿਆ ਪ੍ਰਾਪਤ ਕਰਨ ਗਏ ਨੇ, ਗੱਲ ਕਰ ਲੈਂਦੇ ਆ। ਭਾਜੀ ਕੌਣ ਹੈ ਉੱਥੇ ਇਸ ਵੇਲੇ ਯੂਕਰੇਨ ਦੇ ਵਿੱਚ ਤੁਹਾਡਾ? ਮੇਰੀ ਬੇਟੀ ਹੈ ਜੀ। ਕੀ ਨਾਮ ਹੈ ਉਹਨਾਂ ਦਾ? ਕਿਹੜੀ ਸਿੱਖਿਆ ਉੱਥੇ ਪ੍ਰਾਪਤ ਕਰ ਰਹੇ ਨੇ? MBBS ਕਰ ਰਹੀ ਹੈ ਤੇ ਕਾਇਨਾਤ ਮਹਾਜਨ ਹੈ ਬੇਟੀ ਮੇਰੀ। ਕਿੰਨੀ ਦੇਰ ਪਹਿਲਾਂ ਅੰਮ੍ਰਿਤਸਰ ਤੋਂ ਉੱਥੇ ਗਏ ਸਨ? ਹੋ ਗਿਆ ਸਾਲ ਹੋ ਗਿਆ, ਸੈਕੰਡ ਈਅਰ ਹੈ ਤੇ ਚੌਥਾ ਸਮੈਸਟਰ ਚੱਲ ਰਿਹਾ ਇਹਦਾ। ਤਾਜ਼ੇ ਹਾਲਾਤ ਕੀ ਤੁਹਾਡੀ ਉਹਨਾਂ ਨਾਲ ਗੱਲ ਹੋ ਰਹੀ ਹੈ ਇਸ ਵੇਲੇ? ਉੱਥੋਂ ਦੇ ਹਾਲਾਤ ਕੀ ਨੇ ਇਸ ਵੇਲੇ? ਉਹ ਇਹੀ ਹੈ ਕਿ ਉਹ ਕਹਿ ਰਹੀ ਬੰਕਰ 'ਚ ਹੈਗੇ ਆ ਤੇ ਬਾਹਰ ਬੜੇ ਮਤਲਬ ਕਿ ਆਵਾਜ਼ਾਂ ਆ ਰਹੀਆਂ ਬੰਬ ਦੀਆਂ, ਕੁਛ ਵੀ, ਤੇ ਬਾਹਰ ਨਹੀਂ ਆ ਰਹੇ ਤੇ ਬੰਕਰ 'ਚ ਹੀ ਰਹਿਣਾ। ਉਸ ਤੋਂ ਪਹਿਲਾਂ ਜਦ ਸ਼ੁਰੂਆਤ ਹੋਈ ਸੀ ਉੱਥੇ ਉਹਨਾਂ ਨੇ ਦੱਸਿਆ ਕੁਝ ਕਿ ਇੱਥੇ ਨਿਊਜ਼ ਚੱਲ ਰਹੀ ਹੈ, ਖਬਰਾਂ ਚੱਲ ਰਹੀਆਂ ਨੇ ਕਿ ਇੱਥੇ ਲੜਾਈ ਹੈ ਜਿਹੜੀ ਉਹ ਚੱਲ ਸਕਦੀ ਹੈ। ਕੋਸ਼ਿਸ਼ ਨਹੀਂ ਕੀਤੀ ਕਿ ਉਸ ਤੋਂ ਪਹਿਲਾਂ ਉਹ ਇੰਡੀਆ ਆ ਜਾਣ ਵਾਪਸ? ਨਹੀਂ, ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕਹਿਣ ਦੀ, ਪਰ ਉਹ ਜਿਹੜੇ ਉੱਧਰ ਦੇ ਹੈਗੇ ਸੀ ਉਹ ਕਹਿੰਦੇ ਇੱਥੇ ਬਿਲਕੁਲ ਠੀਕ ਹੈ। ਰੋਜ਼ ਉਹਨਾਂ ਨਾਲ ਵੀਡੀਓ ਕਾਲ ਹੁੰਦੀ ਹੈ, ਦਿਖਾਉਂਦੇ ਦੇਖੋ ਸਾਰੇ ਆ ਰਹੇ ਆ ਜਾ ਰਹੇ ਆ। ਆਫਲਾਈਨ ਹੈਗੀ ਸਟੱਡੀਜ਼ ਜੀ, ਤੇ ਬੜੀ ਮਤਲਬ ਕਿ ਉਹਨਾਂ ਨੇ ਕਿਹਾ ਸਭ ਦਿਖਾ ਰਹੇ। ਇਹਨਾਂ ਕਿ 4 ਦਿਨ ਪਹਿਲੇ 100 ਬੱਚਾ ਹੋਰ ਗਿਆ ਉੱਥੇ, ਉਹ ਵੀ ਦਿਖਾਇਆ। ਜੇ ਦੇਖੋ ਬੱਚੇ ਆ ਰਹੇ ਆ, ਤੁਸੀਂ ਕਹਿ ਰਹੇ ਲੜਾਈ ਹੋ ਰਹੀ ਹੈ, ਉੱਧਰ ਤਾਂ ਕੁਛ ਹੈ ਹੀ ਨਹੀਂ। ਅਸੀਂ ਇੱਥੇ ਅਸੀਂ ਡਰਦੇ ਸੀ, ਹਾਂ ਵੀ ਇਹ ਕੀ ਹੋ ਰਿਹਾ। ਇਹਨੂੰ ਕਹਿੰਦੇ ਆ ਜਾ, ਕਹਿੰਦੀ ਨਹੀਂ ਜੀ ਕੁਛ ਨਹੀਂ ਹੋ ਰਿਹਾ। ਹਮੇਸ਼ਾ ਇਹੀ ਗੱਲ ਕਰਦੀ। ਤਾਂ 4 ਦਿਨ ਪਹਿਲੇ ਤੱਕ ਮਤਲਬ ਤੁਸੀਂ ਕਹਿ ਰਹੇ ਹੋ ਕਿ ਉੱਥੇ ਜੋ ਹਾਲਾਤ ਸੀ ਉਹ ਬਿਲਕੁਲ ਠੀਕ ਸਨ, ਦੱਸੇ ਜਾ ਰਹੇ ਸਨ ਠੀਕ, ਕਿ ਕੋਈ ਇਸ ਤਰ੍ਹਾਂ ਦੀ ਤਕਲੀਫ ਵਾਲੀ ਗੱਲ ਨਹੀਂ ਹੈ ਬੱਚਿਆਂ ਨੂੰ, ਬੱਚੇ ਠੀਕ ਨੇ ਉੱਥੇ। ਤਸਵੀਰ ਇੱਕ ਵਾਰੀ ਸਾਂਝੀ ਕਰ ਦਿੰਦੇ ਆ। ਇਹਨਾਂ ਦੀ ਬੇਟੀ ਇਸ ਵੇਲੇ ਉੱਥੇ ਹੈ। ਤੁਹਾਡੀ ਲਾਸਟ ਗੱਲ ਕਦੋਂ ਹੋਈ ਹੈ? ਹੁਣ ਅੱਜ ਗੱਲ ਹੋਈ ਹੈ ਤੁਹਾਡੀ ਉਹਨਾਂ ਦੇ ਨਾਲ? ਅੱਜ ਗੱਲ ਹੋਈ ਬਿਲਕੁਲ ਅੱਜ ਗੱਲ ਹੋਈ ਹੈ। ਉਹ ਕਹਿ ਰਹੀ ਜੀ ਅਸੀਂ ਥੱਲੇ ਹੀ ਜੋ ਹੈ ਉਹਨਾਂ ਕੋਲ ਹੀ ਖਾ ਰਹੇ, ਜੋ ਮੀਲਸ ਵਗੈਰਾ ਹੈਗੇ ਆ। ਕੱਲ ਰਾਤੀ ਵੀ ਉਹ ਗਏ, ਉਹ ਖਾਣ ਆਪਣੀ ਮੈਸ 'ਚ ਖਾਣਾ ਖਾਣ ਗਏ ਸੀ, ਪਰ ਇੱਕ ਉਹ ਹੋਇਆ ਕਿ ਇਹ ਅਪਾਰਟਮੈਂਟ ਵੰਡੇ ਫਲੋਰ ਜੀ। ਉਹਨੇ 2 ਫਲੋਰ ਦੇ ਬੱਚੇ ਗਏ ਸੀ, ਇੱਕਦਮ ਹੀ ਬੰਬਾਰੀ ਹੋਈ ਹੈ। ਫਲੋਰ ਵਾਲੇ ਜਿਹੜੇ 2 ਫਲੋਰ ਵਾਲੇ ਹੈਗੇ ਉਹ ਮੈਸ 'ਚ ਰਹਿ ਗਏ, ਇਹ ਥੱਲੇ ਬੰਕਰ 'ਚ ਰਹਿ ਗਏ। ਇਹਨਾਂ ਨੇ ਨਾ ਰਾਤੀ ਕੁਛ ਖਾਦਾ ਹੈ ਨਾ ਪੀਤਾ। ਉਹ ਕੁਛ ਚਿਪਸ ਵਗੈਰਾ ਹੈਗੇ, ਬਸ ਉਹ ਚਿਪਸ ਵਗੈਰਾ ਖਾ ਕੇ ਸੋ ਗਏ ਨੇ। ਕਦੋਂ ਤੱਕ ਉੱਥੇ ਹਾਲਾਤ ਬਿਲਕੁਲ ਠੀਕ ਸਨ? ਤਾਂ ਕੱਲ ਤੋਂ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਕੱਲ ਇਸ ਤਰ੍ਹਾਂ ਹੋਇਆ, ਉਸ ਤੋਂ ਪਹਿਲੇ ਤੱਕ ਸਭ ਕੁਝ ਠੀਕ ਸੀ ਉੱਥੇ? ਹਾਂ ਬਿਲਕੁਲ ਠੀਕ ਹੈ ਜੀ। 2 ਦਿਨ ਪਹਿਲੇ ਬਹੁਤ ਬਿਲਕੁਲ ਹੈ, ਫਸਟ ਕਲਾਸ ਦਿਖਾਉਂਦੀ ਹੈ। ਹੋ ਗਿਆ ਘੁੰਮਣ ਦੇ ਪਏ, ਫਿਰਦੇ ਪਏ, ਸਭ ਆਨਲਾਈਨ ਆਫਲਾਈਨ ਕਲਾਸਿਸ ਜਾ ਰਹੇ ਸੀ। ਗੱਲਾਂ ਦੇਖਿਆ ਨਾ ਸਭ ਕੁਝ। ਮੈਡਮਾਂ ਨਾਲ ਗੱਲ ਕੀਤੀ, ਕਹਿੰਦਾ ਮੈਮ ਮੈਂ ਕਿਹਾ ਵੀ ਹੈ ਕਿ ਮੈਂ ਐਮਰਜੈਂਸੀ ਦੀ ਆ ਰਹੀ ਹੈ ਕਿ ਐਮਰਜੈਂਸੀ ਲੱਗ ਜਾਣੀ ਹੈ, ਪਰ ਉਹਨੇ ਮੈਨੂੰ ਉਹ ਵੀ ਭੇਜੀ ਹੈ। ਮੈਡਮ ਨੇ ਕਿਹਾ ਕੋਈ ਐਮਰਜੈਂਸੀ ਨਹੀਂ ਹੈਗੀ, ਕੋਈ ਕੁਝ ਨਹੀਂ ਹੈ, ਸਿਰਫ ਰਿਊਮਰ ਹੈਗਾ, ਕੁਝ ਨਹੀਂ ਹੈ। ਤੇ ਹੁਣ ਦੀ ਗੱਲ ਕਰੀਏ, ਹੁਣ ਇਸ ਵੇਲੇ ਉੱਥੇ ਕਿਸ ਤਰੀਕੇ ਦੀ ਸਥਿਤੀ ਬਣੀ ਹੈ? ਕਿਉਂਕਿ ਜੇ ਗੱਲ ਕਰੀਏ ਜਿਹੜੇ ਪਲੇਨ ਨੇ 2, ਉਹ ਗੱਲ ਕੀਤੀ ਜਾ ਰਹੀ ਹੈ ਕਿ ਇੰਡੀਆ ਵੱਲੋਂ 2 ਪਲੇਨ ਨੇ ਉੱਥੇ ਭੇਜੇ ਜਾ ਰਹੇ ਨੇ ਤੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਵਾਪਸ ਲਿਆਂਦਾ ਜਾਣਾ। ਤੁਹਾਡੇ ਬੱਚਿਆਂ ਨੇ ਉੱਥੋਂ ਤੱਕ ਜੋ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਹੋਈ ਹੈ? ਕੁਝ ਕਿਸ ਤਰੀਕੇ ਦੀ ਗੱਲ ਸਾਹਮਣੇ ਆਈ ਹੈ? ਕੋਈ ਨਹੀਂ ਕੋਈ ਗੱਲ ਨਹੀਂ ਜੀ। ਮੈਂ ਸਗੋਂ ਇੱਥੇ ਹੈਲਪਲਾਈਨ 'ਚ ਗੱਲ ਕੀਤੀ ਹੈ ਜੀ। ਉਹਨਾਂ ਨੇ ਸਪੈਸ਼ਲੀ ਖਾੜਕੀਵ ਤੇ ਇਹਦੀ ਕੀਵ ਦੀ ਉਹਨਾਂ ਨੇ ਕਿਹਾ ਕਿ ਜਿਹੜੇ ਇੱਥੇ ਬੱਚੇ ਹੈ ਉਹ ਅੰਦਰ ਹੀ ਰਹਿਣ, ਬਾਹਰ ਨਾ ਨਿਕਲਣ। ਹਾਂ, ਰੋਮਾਨੀਆ ਪਲੇਨ ਜਾ ਰਹੇ ਆ, ਪਰ ਉਹ ਸਟੂਡੈਂਟਸ ਲੈਣਗੇ ਜਿਹੜੇ ਉਹਦੇ ਨਜ਼ਦੀਕ ਹੋਣਗੇ ਜੀ। ਤੇ ਇਹਨਾਂ ਨੂੰ ਬਸ ਇਹੀ ਕਿਹਾ, ਕਹਿੰਦੇ ਨਹੀਂ ਜੀ ਇਹਨਾਂ ਨੂੰ ਹੱਲੇ ਇੱਥੇ ਰੱਖੋ, ਜੇ ਕੁਝ ਸਿਚੁਏਸ਼ਨ ਠੀਕ ਹੋਏਗੀ ਤਾਂ ਫਿਰ ਆਪੇ ਬੁਲਾ ਲਾਂਗੇ। ਫਿਲਹਾਲ ਜਿਹੜੇ ਫਲਾਈਟ ਨੇ ਉਹ ਇੰਡੀਆ ਤੋਂ ਯੂਕਰੇਨ ਦੀ ਜਿਹੜੀ ਫਲਾਈਟ ਨੇ ਉਹ ਕੈਂਸਲ ਨੇ, ਪਰ ਜਿਹੜੇ 2 ਪਲੇਨ ਜਾ ਰਹੇ ਨੇ ਉਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਨਹੀਂ ਆਣਗੇ। ਤਾਂ ਕੋਈ ਬੱਚਿਆਂ ਦੇ ਵੱਲੋਂ ਐਮਬੈਸੀ ਨਾਲ, ਉੱਥੋਂ ਦੀ ਐਮਬੈਸੀ ਨਾਲ ਗੱਲ ਕੀਤੀ ਗਈ ਹੈ ਕਿ ਤੁਸੀਂ ਸਾਨੂੰ ਵਾਪਸ ਇੰਡੀਆ ਭੇਜੋ? ਉਹ ਨਹੀਂ, ਉੱਧਰ ਕੋਈ ਨਾ ਹੈ ਹੀ ਨਹੀਂ। ਕਹਿੰਦੇ ਸਾਡਾ ਕੋਈ ਕੁਝ ਨਹੀਂ ਹੈਗਾ, ਸਿਰਫ ਆਉਂਦੀ ਹੈ यूनिवर्सिटी लोगों की खाना खा लो या बस नहीं, और कुछ नहीं है, कोई पोजीशन नहीं, कुछ नहीं पता उन्होंने। ਤੁਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਉੱਥੋਂ ਦੇ ਪ੍ਰਸ਼ਾਸਨ ਨਾਲ, ਜ਼ਿਲ੍ਹਾ ਪ੍ਰਸ਼ਾਸਨ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰੋ, ਜੇਕਰ ਜਿਹੜੀਆਂ ਫਲਾਈਟਸ ਆ ਰਹੀਆਂ ਨੇ ਉਸ ਜਗ੍ਹਾ ਤੇ ਪਹੁੰਚ ਕੇ ਜੇਕਰ ਉਹ ਫਲਾਈਟ ਦੇ ਵਿੱਚ ਆਉਣ ਤੇ ਇੰਡੀਆ ਵਾਪਸ ਆ ਸਕਦੇ ਨੇ? ਮੈਂ ਕੀਤੀ ਹੈਲਪਲਾਈਨ ਨਾਲ ਗੱਲ, ਕਿੱਥੋਂ ਕਿਹਾ ਹੈਗਾ, ਪਰ ਉਹ ਕਹਿੰਦੇ ਨਹੀਂ ਜੀ ਇਹ ਦੋਨੋਂ ਡਿਸਟਰਬ ਏਰੀਆ, ਇੱਥੇ ਬੱਚਿਆਂ ਨੂੰ ਨਹੀਂ ਕਰਨਾ। ਜੋ ਉਹਨਾਂ ਦੇ ਪੋਲੈਂਡ ਵਗੈਰਾ ਦੇ ਆਸ-ਪਾਸ ਦੇ ਨਜ਼ਦੀਕ ਹੈਗੇ ਉਹ ਸਾਰੇ ਆ ਜਾਣਗੇ ਬੱਚੇ, ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ। ਜੇ ਉੱਥੋਂ ਦੇ ਹਾਲਾਤ ਠੀਕ ਹੋਣਗੇ ਉਹਨਾਂ ਨੂੰ ਵੀ ਲੈ ਕੇ ਆਵਾਂਗੇ, ਇਹਨਾਂ ਨੇ ਇਹ ਕਿਹਾ ਬਸ।
ਤੁਸੀਂ ਜਦ ਵੀਡੀਓ ਕਾਲ ਤੇ ਗੱਲ ਕੀਤੀ ਹੈ ਉਸ ਵੇਲੇ ਉਹਨਾਂ ਦੇ ਜਿਹੜੇ ਚਿਹਰੇ ਤੇ ਕਿਸ ਤਰੀਕੇ ਦੀ ਕੋਈ ਚਿੰਤਾ ਤਾਂ ਬਣੀ ਹੋਏਗੀ ਆਫਟਰ ਆਲ, ਕਿਉਂਕਿ ਇਸ ਵੇਲੇ ਦੇ ਇਸ ਤਰ੍ਹਾਂ ਦੇ ਹਾਲਾਤ ਨੇ ਉੱਥੇ, ਕਿਸ ਤਰੀਕੇ ਦਾ ਬਾਕੀ ਬੱਚਿਆਂ ਦਾ ਕੀ ਕਹਿਣਾ ਉੱਥੇ, ਕੀ ਉੱਥੇ ਵੇਲੇ ਚੱਲ ਕੀ ਰਿਹਾ ਇਸ ਵੇਲੇ? ਕੁਛ ਨਹੀਂ, ਸਾਰੇ ਇੱਕ ਬੰਕਰ 'ਚ ਬੈਠੇ ਹੈ, ਬਸ ਇੱਕ ਦੂਸਰੇ ਸ਼ਕਲਾਂ ਵੇਖ ਰਹੇ, ਹੋਰ ਕੀ ਕਰਨਾ ਨੇ, ਕੁਛ ਨਹੀਂ ਹੈ, ਬਸ ਉਦਾਸ ਹੀ ਹੈ। ਖਾਣ ਪੀਣ ਨੂੰ ਨਹੀਂ, ਸਵੇਰੇ ਫਿਰ ਇੱਕ ਟਾਈਮ ਨਾਸ਼ਤਾ ਹੀ ਦਿੱਤਾ ਹੈ, ਕੱਲ੍ਹ ਰਾਤੀ ਤਾਂ ਨਹੀਂ ਮਿਲਿਆ, ਅੱਗੇ ਦਾ ਪਤਾ ਨਹੀਂ ਹੁਣ। ਤਾਂ ਉਹਨਾਂ ਦੇ ਮਦਰ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਲੱਗ ਕੀ ਰਿਹਾ, ਕਿ ਮਨ 'ਚ ਕੀ ਚੱਲ ਰਿਹਾ ਇਸ ਵੇਲੇ? मन में चल रहा है कि बच्चा बाहर से आ जाए। जो हम टीवी, मैं कल तो पूरा दिन टीवी देखती रही, टीवी की न्यूज़ सुन के ना, आज तो मैंने टीवी लगाया ही नहीं, सुना ही नहीं क्या हो रहा है क्या नहीं। बच्चों को देख के जिस हालात में है, मन खराब होता है बच्चों को देख के। पर बात हो रही है, इससे थोड़ी तसल्ली मिलती है कि जैसे आज टेक्नोलॉजी है, वीडियो कॉल पे बात हो जाती है, थोड़ी तसल्ली मिलती है मन को? हाँ जी मिलती है तसल्ली। बट ये है कि हम बच्चों को यही कहेंगे कि बाहर, उन्होंने कहा है कि ब्लैक आउट हो गया है, बच्चे बिल्कुल बाहर ना निकले, वहाँ कंडीशन बहुत वास्ट चल रही है। तो हम कहते हैं बच्चों को, चलो आपको जहाँ बैठाया हुआ है बंकर्स में, आप सेफली तो बैठे हैं ना। तो वहाँ भी इंटरनेट फैसिलिटी प्रॉपर चल रही है? हाँ, क्योंकि ऐसे जब हालात होते हैं तो अभी होता है तक कि इंटरनेट बंद हो जाता है। अभी इंटरनेट ऐसी हाँ, कोई अभी तक इन्फॉर्मेशन तो नहीं सामने आई कि इंटरनेट बंद हो जाएगा? अभी कुछ ऐसा नहीं आया, अब कुछ वैसी कुछ चीज़ नहीं है। मतलब हमारा कांटेक्ट हो रहा है बच्चों, इसी लिए हम भी थोड़े से, हमें भी तसल्ली है कि बच्चे बात कर रहे हैं। मतलब कोई भी अपडेट आती है, हमें मतलब गाइड करी जा रहे हैं, मम्मा ऐसे, मम्मा ऐसे। बाकी हम यही कहेंगे कि अपील करेंगे पीएम से कि हमारे बच्चों के साथ जो बाकी माओं के बच्चे हैं, वो भी अपने पेरेंट्स के पास जल्द से जल्द वापस आएं। प्रधानमंत्री नरेंद्र मोदी की भी बात हुई है पुतिन से, आपने भी सुना होगा, तो उससे आपको क्या लगता है कि किस तरह की स्थिति अभी जो हमने रात को बात सुनी है इनकी हुई है, उसके कारण हमें थोड़ी सी तसल्ली हुई है कि उन्होंने कहा है कि हम पहली प्राथमिकता बच्चों को देंगे कि पहले बच्चे निकालेंगे बाहर। तो आज सुनने में आया है कि रोमानिया और पोलैंड में भी भेजेंगे, जो मतलब कि वहाँ के नियर बाय एरियाज़ हैं, वहाँ पे जो बच्चे हैं या कोई वर्किंग पे गया हुआ है, उनको निकालेंगे। और खारकीव और कीव में क्या 100 किलोमीटर्स फार फ्रॉम देयर, तो इट विल टेक टाइम हम। तो इससे पहले जब 2 दिन पहले तक आपकी बेटी से बात होती होगी, तो आपने बोला नहीं कि वहाँ पे हालात ऐसे हो रहे हैं, तो आप वापस आने के लिए? 15 दिन से न्यूज़ सुन रहे थे। 15 दिन में न्यूज़ में यही बता रहे थे कि मतलब कि बच्चों को 22, 24, 26 की गाइडलाइंस दी हैं हमने कि मतलब कि हमने अरेंज करा दिए हैं प्लेन्स, तो आप अपने बच्चों को बुलवा लीजिए। बट जब हम बच्चों से बात करते थे, बच्चों की ऑफलाइन परसों तक स्टडीज़ रही हैं, बच्चे कहते थे मम्मा 2-3 दिन पहले शायद रिफ्रेशर्स भी आए हैं, 300 बच्चा यहाँ से गया है, तो कहते मम्मा देखो हमारे टीचर्स हमें कहते हैं कि आप अपनी स्टडीज़ पे फोकस करो, ऐसे ये सब दीज आर द फेक न्यूज़, वी हैव चेक द इंफॉर्मेशन, दीज आर ऑल फेक, डोंट go through this news, so focus your studies. She sent me this video, तो हम भी कहते थे कि चलो ठीक है बच्चे पढ़ रहे हैं, इट्स ओके। कल सुबह जब इसने देखा खिड़की के बाहर 13 किलोमीटर उड़ीसा पे ब्लास्ट हुआ है, धुआं वगैरह सारा इसकी खिड़की से इसको दिखाई दिया है, बच्चे पैनिक हो गए। फिर टीचर्स वगैरह ने इनको बंकर में नीचे अरेंज करवाया। वहाँ पे सेफ है बंकर्स में? बिल्कुल ऐसा जैसे बाहर ब्लास्ट हो रहे हैं तो उसमें कोई दिक्कत तो नहीं आ रही अंदर? इन द सेंस आपको पता ही है बंकर्स कैसे बनाए जाते हैं, मिट्टी की जगह होती है, ठंड भी है वहाँ, बच्चे मतलब ऐसे सिकुड़ के बैठे हुए हैं, बच्चे खाने पीने की भी प्रॉब्लम्स आ रही है, सोने की भी प्रॉब्लम्स आ रही है। कितने बच्चे उनके साथ हैं इस टाइम पे, उस बंकर में जहाँ आपकी बेटी रह रही है, वहाँ उस बंकर में कितने बच्चे हो रहे हैं? Students are near about 1000 and only two washrooms have facilitated there. So they gave them the time to go their upper floors for the 10 minutes to wash themselves and पर उसमें भी आप बता रहे हो कि ऊपर फ्लोर्स में जब ब्लास्ट होते हैं तो आवाज काफी आती है, नुकसान पहुंच रहा है बिल्डिंग्स को। That's why they kept them safe in the bunkers कि don't go their upper floors, कि that's more harmful for them, that's why they are in this bunkers ना। इंडियन गवर्नमेंट को इस टाइम पे क्या कहना चाहेंगे, क्योंकि सबसे ज़्यादा रोल होता है जो गवर्नमेंट्स का होता है, क्योंकि फ़्लाइट्स के भी पहले बोला जा रहा था कि जो रेट्स हैं वो काफ़ी बढ़ रहे हैं, तो अभी फ़्लाइट्स भी कैंसिल हो गई हैं, तो एक गवर्नमेंट ही है बस इस टाइम पे जो आप उनको कुछ अपील कर सकते हैं, उनको क्या कहना चाहेंगे? Our appeal is that कि please send our child very safely and carefully, and with our child all the children will come to the parents
safely and carefully. ਤਾਂ ਬਿਲਕੁਲ ਦੇਖ ਸਕਦੇ ਹੋ ਤੁਸੀਂ ਕਿ ਇਹ ਉਹ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਜਿਨ੍ਹਾਂ ਦੇ ਬੱਚੇ ਇਸ ਵੇਲੇ ਯੂਕਰੇਨ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਤੇ ਉੱਥੋਂ ਦੀ ਸਥਿਤੀ ਹੈ ਜਿਹੜੀ ਕਾਫੀ ਤਣਾਅਪੂਰਨ ਹੈ ਤੇ ਇਹਨਾਂ ਦੀ ਸਰਕਾਰਾਂ ਨੂੰ ਇੱਕੋ ਅਪੀਲ ਹੈ ਕਿ ਜਲਦ ਤੋਂ ਜਲਦ ਜਿਹੜੇ ਬੱਚੇ ਨੇ ਉਹਨਾਂ ਨੂੰ ਸੁਰੱਖਿਅਤ ਵਾਪਸ ਭਾਰਤ ਲਿਆਂਦਾ ਜਾਵੇ ਤਾਂ ਕਿ ਇਹਨਾਂ ਦੀ ਵੀ ਜਿਹੜੀ ਚਿੰਤਾ ਹੈ ਉਹ ਵੀ ਖਤਮ ਹੋ ਸਕੇ ਤੇ ਜਿਹੜੇ ਹਾਲਾਤ ਨੇ ਉਹਨਾਂ ਤੇ ਵੀ ਜਲਦ ਤੋਂ ਜਲਦ ਕਾਬੂ ਜਿਹੜਾ ਉਹ ਪਾਇਆ ਜਾ ਸਕੇ। ਕੈਮਰਾਮੈਨ ਅਰਸ਼ਦੀਪ ਦੇ ਨਾਲ ਮੋਹਿਤ ਤਲਵਾਰ ਦਾ ਸਮਰ ਨਿਊਜ਼ ਅੰਮ੍ਰਿਤਸਰ।